गुरु वाहेगुरु साहिब जी। कौन को पूत पिता को काको, कौन मरै को दे संताप। हर जग हर ठग जग को ठगौरी लाई। हर के वियोग कैसे जियो मेरी माई रहो। कौन को पुरख कौन की नारी, या तत लेहो शरीर विचार। कह कबीर ठग स्यों मन मनिया, गई ठगौरी ठग पहचानिया। मैं तान दीवान तू है मेरे स्वामी, मैं तुझे आगे अरदास। मैं और था नहीं जिस पह करो बेनंती, मेरा दुख सुख तुझे ही पास। ज़ारा ज़हूर हाजरा हजूर सर्व कला भरपूर समर्थ गुरु। लोक परलोक दे रक्षक भगत वशल ज्ञान दे सागर। सतगुर धन धन श्री गुरु ग्रंथ साहिब महाराज जी गुरुआं भगतां भट्टां सिखां दी बाणी जोत श्री गुरु ग्रंथ साहिब जी की पावन पवित्र गोद हजूरी दे विच गुरु शब्द दे नाल जुड़ बैठी जुड़ रही सा संगत। धनता दे योग हाँ बड़ भागे हाँ गुरु साहब ने मेहर की है। जीवन स्वास तंदुरुस्तियां उद्यम इशनान बख्शे और अपनी पावन पवित्र गोद दे विच महाराज जी ने बिठा लिया। सो आओ गुरु तो असी प्यार भाव लाड लेने। तेरे भरोसे प्यारे मैं लाड लडाया, तो मात पिता हम बारग तेरे तुमरी कृपा मह सुख कनेरे। कोई न जाने तुमरा अंत ऊंचे ते ऊंचा भगवंत। सो परम पिता परमात्मा साडा पिता है, साडा मालक है। ते उस मालक परमेश्वर वाहिगुरु दे नाल जुड़ना साडा सत्संग जी धर्म है, साडा फर्ज है। क्योंकि बाणी दियां पंक्तियां असी रोज पढ़ते हाँ। सो क्यों बिसरै जिन सब कुछ दिया, सो क्यों बिसरै जे जीवन जिया। जिस मालिक प्रभु ने सानू सब कुछ दिता होया उसनू याद करना साडा फर्ज है। सो इस वास्ते असी महाराज जी के चरणों में नमस्कार करते हाँ। अमृत वेले उठते हाँ, नितनेम करते हाँ, बाणी पढ़ते हाँ, सत्संग करते हाँ। सानू मालिक दे नाल परमात्मा दे नाल जुड़न दा समा भाव मौका मिलदा। सो इस मौके या समय नूं असी सफल बनाइए, सफल करिए। सो गुरु दे चरनां दे विच मतलब शब्द दे विच सानू ध्यान लाउण दी जरूरत है। शब्द नूं ध्यान दे नाल पढ़न सुनन और विचारन दी जरूरत है।
ਸ਼ਬਦ ਧਿਆਨ ਦੇ ਨਾਲ ਪੜ੍ਹਿਆ ਜਾਣਾ ਚਾਹੀਦਾ ਹੈ, ਸ਼ਬਦ ਧਿਆਨ ਦੇ ਨਾਲ ਸੁਣਿਆ ਜਾਣਾ ਚਾਹੀਦਾ ਹੈ ਤੇ ਸ਼ਬਦ ਦੀ ਧਿਆਨ ਦੇ ਨਾਲ ਵਿਚਾਰ ਕਰਨੀ ਬਣਦੀ ਹੈ, ਕਰਨੀ ਚਾਹੀਦੀ ਹੈ। ਜੇ ਅਸੀਂ ਇਹਨਾਂ ਤਿੰਨਾਂ ਚੀਜ਼ਾਂ ਦੇ ਵਿੱਚ ਧਿਆਨ ਨਹੀਂ ਲਗਾਉਂਦੇ ਫਿਰ ਸ਼ਬਦ ਦਾ ਰਸ, ਸ਼ਬਦ ਦੀ ਉਹ ਬਖਸ਼ਿਸ਼ ਜਿਹੜੀ ਹੈ ਪ੍ਰਾਪਤ ਨਹੀਂ ਹੋ ਸਕਦੀ। ਪ੍ਰਭ ਕੀ ਉਸਤਤ ਕਰੋ ਸੰਤ ਮੀਤ ਸਾਵਧਾਨ ਇਕਾਗਰ ਚੀਤ। ਸੋ ਦਿਲ ਦਿਮਾਗ ਨੂੰ ਪੂਰੀ ਤਰ੍ਹਾਂ ਮਹਾਰਾਜ ਜੀ ਕਹਿੰਦੇ ਨੇ ਖੋਲ ਕੇ ਅਲਰਟ ਕਰਕੇ ਫਿਰ ਜਿਹੜੀ ਹੈ ਉਹ ਗੁਰੂ ਦੀ ਬਾਤ, ਗੁਰੂ ਦੀ ਗੱਲ ਜਿਹੜੀ ਹੈ ਉਹ ਬਹੁਤ ਜ਼ਿਆਦਾ ਕੀਮਤੀ ਹੁੰਦੀ ਹੈ। ਉਸ ਨੂੰ ਸਾਨੂੰ ਸਰਵਣ ਕਰਨਾ ਚਾਹੀਦਾ ਕਿਉਂਕਿ ਗੁਰੂ ਸਾਡਾ ਸਮਰੱਥ ਹੈ ਤੇ ਸਮਰੱਥ ਗੁਰੂ ਜਦੋਂ ਬੋਲਦਾ ਉਦੋਂ ਕੇਵਲ ਤੇ ਕੇਵਲ ਮੋਹ ਕੇ ਬੋਲਣ ਬੋਲੀ ਹੈ ਜਿਤ ਸੁਣ ਧਰੇ ਪਿਆਰ। ਕੇਵਲ ਤੇ ਕੇਵਲ ਉਹ ਬੋਲ ਜਿਹੜੇ ਸਾਂਝ ਪੈਦਾ ਕਰਨ, ਉਹ ਬੋਲ ਜਿਹੜੇ ਨਜ਼ਦੀਕੀ ਪੈਦਾ ਕਰਨ, ਉਹ ਬੋਲ ਜਿਹੜੇ ਇੱਕ ਦੂਜੇ ਦੇ ਨਾਲ ਪਿਆਰ ਤੇ ਸਤਿਕਾਰ ਵਿੱਚ ਵਾਧਾ ਕਰਨ, ਉਹ ਬੋਲ ਜਿਹੜੇ ਨੇ ਇਹ ਸਾਨੂੰ ਗੁਰਬਾਣੀ ਰਾਹੀਂ ਹੀ ਸੁਣ ਕੇ ਪਤਾ ਲੱਗਦਾ ਹੈ ਵੀ ਇਹ ਬੋਲਾਂ ਨੂੰ ਕਿਵੇਂ ਬੋਲਣਾ ਹੈ, ਕਿਵੇਂ ਕਰਨਾ ਹੈ, ਕੀ ਸਮਝਣਾ ਹੈ, ਕੀ ਨਹੀਂ ਸਮਝਣਾ। ਸੋ ਆਓ ਸਤਿਗੁਰੂ ਜੀ ਮਿਹਰ ਕਰਨ, ਮਹਾਰਾਜ ਜੀ ਕਿਰਪਾ ਕਰਨ। ਲੜੀਵਾਰ ਸ਼ਬਦ ਦੀ ਵਿਚਾਰ ਜਿਹੜੀ ਹੈ ਜੋ ਅਸੀਂ ਰੋਜ਼ ਸਰਵਣ ਕਰਦੇ ਹਾਂ ਉਸ ਦੀ ਆਰੰਭਤਾ ਕਰਦੇ ਹਾਂ। ਸੋ ਭਗਤ ਕਬੀਰ ਜੀ ਦੀ ਬਾਣੀ ਜਿਹੜੀ ਹੈ ਉਹ ਚੱਲ ਰਹੀ ਹੈ। ਉਹਨਾਂ ਦਾ ਰੋਜ਼ ਦਾ ਇੱਕ ਦਾ ਸ਼ਬਦ ਅਸੀਂ ਲੜੀਵਾਰ ਸ਼ਬਦ ਦੀ ਜੋ ਵਿਚਾਰ ਹੈ ਉਹ ਕਰਦੇ ਹਾਂ ਗੁਰੂ ਕਿਰਪਾ ਦੇ ਨਾਲ। ਔਰ ਸਾਨੂੰ ਬਹੁਤ ਵੱਡਾ ਜਿਹੜਾ ਉੱਥੋਂ ਗਿਆਨ ਪ੍ਰਾਪਤ ਹੁੰਦਾ ਹੈ, ਬਹੁਤ ਵੱਡੀ ਕਿਰਪਾ ਮਿਹਰ ਪ੍ਰਾਪਤ ਹੁੰਦੀ ਹੈ। ਸੋ ਭਗਤ ਕਬੀਰ ਜੀ ਦਾ ਸ਼ਬਦ ਅਸੀਂ ਸਰਵਣ ਕੀਤਾ ਹੈ। ਕੌਣ ਕਪੂਤ ਪਿਤਾ ਕੋ ਕਾਕੋ, ਕੌਣ ਮਰੇ ਕੋ ਦੇ ਸੰਤਾਪੋ। ਫਸਟ ਪੰਕਤੀ ਦੇ ਵਿੱਚ ਮਹਾਰਾਜ ਜੀ ਨੇ ਸਾਨੂੰ ਇਹ ਦੱਸਿਆ ਸੰਸਾਰ ਦੇ ਵਿੱਚ ਸਾਡੇ ਰਿਸ਼ਤੇ ਹਨ, ਉਹਨਾਂ ਰਿਸ਼ਤਿਆਂ ਦੇ ਨਿੱਘ ਦੇ ਵਿੱਚ ਅਸੀਂ ਜ਼ਿੰਦਗੀ ਬਤੀਤ ਕਰਦੇ ਹਾਂ। ਪਰ ਉਹਨਾਂ ਰਿਸ਼ਤਿਆਂ ਦੇ ਬਾਰੇ ਮਹਾਰਾਜ ਜੀ ਸਾਨੂੰ ਇੰਜ ਦੱਸ ਰਹੇ ਨੇ, ਕਹਿੰਦੇ ਕਿਹੜਾ ਪੁੱਤਰ ਤੇ ਕਿਹੜਾ ਪਿਤਾ। ਕੌਣ ਕੋ ਪੂਤ ਪਿਤਾ ਕੋ ਕਾਕੋ। ਭਗਤ ਕਬੀਰ ਜੀ ਕਹਿੰਦੇ ਐਸੇ ਘਰ ਹਮ ਬਹੁਤ ਵਸਾਏ ਜਬ ਹਮ ਰਾਮ ਗਰਭ ਹੋਏ ਆਏ। ਜਿਵੇਂ ਦੇ ਘਰਾਂ ਦੇ ਵਿੱਚ ਅੱਜ ਰਹਿ ਰਹੇ ਹਾਂ ਇੱਦਾਂ ਦੇ ਘਰ ਅਸੀਂ ਬਹੁਤ ਵਾਰ ਦੇਖ ਚੁੱਕੇ ਹਾਂ, ਆ ਚੁੱਕੇ ਹਾਂ, ਜਾ ਚੁੱਕੇ ਹਾਂ। ਇਸ ਕਰਕੇ ਕਿਹੜਾ ਪਿਤਾ ਤੇ ਕਿਹੜਾ ਪੁੱਤਰ, ਇਹਦਾ ਜਿਹੜਾ ਮਤਲਬ ਹੈ ਜੇ ਅਸੀਂ ਇਸ ਨੂੰ ਡੀਪਲੀ ਖੋਲ ਕੇ ਦੇਖਾਂਗੇ ਫਿਰ ਅਰਥ ਦਾ ਪਤਾ ਲੱਗਣਾ। ਉਸ ਤਰ੍ਹਾਂ ਅਰਥ ਕਲੀਅਰ ਨਹੀਂ ਹੋਣਾ ਕਿਉਂਕਿ ਪਿਤਾ ਦਾ ਪੁੱਤਰ ਦੇ ਨਾਲ ਰਿਸ਼ਤਾ ਬਹੁਤ ਗਹਿਰਾ ਹੈ। ਪੁੱਤਰ ਦਾ ਆਪਣੇ ਪਿਤਾ ਦੇ ਨਾਲ ਰਿਸ਼ਤਾ ਬੜਾ ਪਿਆਰਾ ਹੈ। ਸੋ ਜਦੋਂ ਤੱਕ ਅਸੀਂ ਹੋਰ ਬਾਣੀ ਦੀਆਂ ਪੰਕਤੀਆਂ ਨਹੀਂ ਲਵਾਂਗੇ ਤੇ ਜਿਹੜਾ ਗਿਆਨ ਅਧੂਰਾ ਰਹਿ ਜਾਏਗਾ, ਸਮਝ ਨਹੀਂ ਆਏਗੀ। ਇੱਕ ਬਾਬਾ ਫਰੀਦ ਜੀ ਦੀ ਪੰਕਤੀ ਪੜ੍ਹਦੇ ਇਹਦੇ ਨਾਲ ਰਲਦੀ। ਫਰੀਦਾ ਕਿੱਥੇ ਤੈਂਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ, ਤੈ ਪਾਸੋਂ ਇਹ ਲੱਦ ਗਏ ਤੂੰ ਅਜੇ ਨਾ ਪਤੀਨੋ ਹੈ। ਬਾਬਾ ਫਰੀਦ ਜੀ ਦੀ ਬਾਣੀ ਵੀ ਕਹਿੰਦੀ ਹੈ ਉਹ ਫਰੀਦਾ ਤੇਰੇ ਮਾਪੇ ਕਿੱਥੇ ਗਏ, ਤੇਰੇ ਦਾਦੇ ਕਿੱਥੇ ਗਏ, ਤੇਰੇ ਪੜਦਾਦੇ ਕਿੱਥੇ ਗਏ। ਇਹਦਾ ਮਤਲਬ ਇਹ ਨਹੀਂ ਵੀ ਦਾਦਿਆਂ ਪੜਦਾਦਿਆਂ ਦੀ, ਪਿਤਾ ਦੀ, ਪੁੱਤਰਾਂ ਦੀ ਹੋਂਦ ਨੂੰ ਅਸੀਂ ਮੰਨਣਾ ਨਹੀਂ, ਰਿਸ਼ਤਿਆਂ ਦੇ ਨਿੱਘ ਨੂੰ ਮੰਨਣਾ ਨਹੀਂ, ਪਹਿਚਾਨਣਾ ਨਹੀਂ। ਮੰਨਣਾ, ਪਹਿਚਾਨਣਾ, ਸਤਿਕਾਰ, ਸਨਮਾਨ ਕਰਨਾ।
पर जे कोई ये भरम पाल के बह जावे भी ये सारी चीज सदी भी मैनू इसे तरह ही निग मिलता रहेगा तो ये अज्ञानता है। जे कोई कहे ना मैनू सदा ही अपने मित्र का साथ मिलता रहेगा तो अज्ञानता है। जे कोई सोचे भी मैनू सारी जिंदगी अपने पिता का शरीरक तौर पर साथ मिलता रहे क्योंकि शरीर नाशवान है इसने जाना, तो फिर इस तरह नहीं होता। हाँ, जो सानू संस्कार बजुर्गों द्वारा पिता द्वारा दिते जाते ने उन्हां राही असी अपने बजुर्गों नू मापियां नू याद कर सकते हैं। पर शरीर दे बारे दसिया भी शरीर नू तू सब कुछ नहीं समझना, इस करके बाकी चीज़ां जिहड़ियां ने वो तो निभाउणियां ने, फर्ज निभाने ने। और अपने वडेरिया नू याद भी रखना। वडेरिया नू याद रखने का मतलब ये ना कोई समझ लवे भी कोई कर्म कांड करने ने भी जिदा श्राद्ध कराई देने, वो चीज़ नहीं मैं कह रहा। मतलब उन्होंने जिहड़ी सानू सिक्ख्या दिती सी, जिहड़ी उंगल जां बांह फड़ के तोरिया सी भी आह काम करने ने, नहीं करने, इदां जिंदगी बतीत करनी है। सो जिंदगी दे उन्हां दे तजर्बे जां कोई धार्मिक बिरती वाली रूह होवे ते फिर क्या बातां, वो चीज़ां नूं फॉलो करना। बाकी पातशाह जी की बाणी भी कहती है, धन धन गुरु तेग बहादुर महाराज जी की बाणी भी, जगत में झूठी देखी प्रीत अपने सुख स्यों ही सब लागे, क्या दारा क्या मीत, सारियां दे नाम लै दिते ने। ते पंजवें पातशाह जी ने भी सारियां दे नाम लै दिते ने। पंजवें पातशाह का भी शब्द पढ़ते हैं, रोज पढ़ते हैं। मात पिता भाई सुत बनता इष्ट मीत यार भाई, पूर्व जन्म के मिले संजोगी अंते को ना सहाय। ये सारे मित्र भैन भरा औरत मर्द मां बाप धियां पुत्र पूर्व जन्म के मिले संजोगी, ये पूर्वले जन्मां करके सानू जीवन यात्रा दे विच मिले हुए ने। अंते को ना सहाय, इन्हां दे विचों कोई भी अंत वेले साडे नाल नहीं जा सकता, तुर नहीं सकता, साडा सहाय नहीं हो सकता। इस करके भगत जी फरमान करदे, कौन को पूत पिता को काको, कौन मरे को दे संतापो। संसार दे विच कहंदे ने कौन मरदा है, कौन मरे को दे संतापो। कौन मरदा है, कौन विछोड़ा दिंदा है, कौन पिछलिया नूं कलेश दिंदा है। को कौन मरे को दे संतापो। अगली पंक्ति विच क्लीयर करते ने, हार ठग जग को ठगौरी लाई। किते भी संसार दियां जड़ियां चीज़ां ने मिठियां रसदायक इस तरह दियां ने, जिवें कोई कौड़ी चीज़ होवे, जिवें कोई बूटी धतूरा होवे, कौड़ी बूटी होवे, जां कोई निम की उदाहरण भी लै सकदे, जां धतूरे की भी कड़तन बहुत होंदी है। कहंदे जग इस तरह ठग्गिया जा रहा है। भगत फरीद जी की पंक्ति पढ़ते हैं, होर क्लीयर होए। फरीदा ए विश गंदला धरियां खंड लवाड़, एक रहिंदे रह गए एक राधी गए उजाड़। संसार का मोह कहते ऐसा ऐसा ठगिया जा रहा है, जग ठगौरी लाई है भी जिमें मिठियां गंदल जिमें गंदलां जहर भरियां होण ते उन्होंने मिठा ला दिता जाए। ये विश गंदलां, संसार का मोह जिहड़ा जहर भरियां गंदलां वांग है। अंदर चीज कुछ होर होवे, बाहर मिठा लाया होवे, खाण नूं स्वाद लगदी होवे, पर जिहड़ी अंदर जहरीली चीज है ਉਹਦਾ असर जिहड़ा है मनुख दे नुकसान का कारण बन सकता है। भावें बाहरों वो चीज़ चंगी है, बाहरों चीज़ चंगी है। देखो जिहड़ी असीं गोली खाने टैबलेट लैने बाहरों मिठा लाया हुंदा ते अंदरों वो कई बार बड़ी कुड़तन भरी होंदी है, फिर वो अपना असर अंदर जाके दिखाउंदी है। ते संसार भगत कबीर जी कहते इस तरह ठगिया जा रहा है, इदां दी ठगौरी लगी हुई है, जां परमात्मा ने इदां दा खेल बनाया होया
भी सारा संसार दीयां चीज़ां वस्तुआं जड़ियां ने ये बहुत सोहणियां लगदियां हन, मिठियां लगदियां हन, रसदायक लगदियां हन। दिल करदा भी ये भी चख लवां, ये भी भोग लवां, आ भी लै लवां, ये भी प्राप्त कर लवां, इनू भी स्पर्श कर लवां। पर बाणी कहंदी है, भगत जी कहंदे ने, ये ठगौरी है, ਇਹਦੇ ਨਾਲ ਤੂੰ ਠੱਗਿਆ ਜਾਏਗਾ। ਹਰ ਠੱਗ ਜਗ ਕੋ ਠਗੌਰੀ ਲਾਈ। ਸੋ ਜਗ ਸਾਰਾ ਹੀ ਇੱਕ ਦੂਜੇ ਨੂੰ ਠੱਗ ਰਿਹਾ ਹੈ ਔਰ ਮਨੁੱਖ ਆਪਣੇ ਆਪ ਨੂੰ ਠਗਾ ਰਿਹਾ ਹੈ। ਆਪਣੇ ਆਪ ਨੂੰ ਇੰਝ ਵੀ ਕਹਿ ਸਕਦੇ ਹਾਂ ਲੁਟਾਰੇ। किन्हां कोलों लुटारे? काम क्रोध लोभ मोह अहंकार, इन्हां वल्लों लुटिया जा रहा है। इस देही अंदर पंज चोर वसे, काम क्रोध लोभ मोह अहंकारा। और ये अमृत लूटे मनमुख नहीं बूझे, किसी आगे जाए पुकारा। ये पंज जड़े ने इस मनुख नूं ठग रहे ने, इनू पता नहीं लग रहा। ठग जड़े ने ठगी मारते ने, पता ही नहीं लगता भी ठग के लगे। ध्यान देना, पंक्ति आई है ठग ते ठगौरी। जो ठग लोग होंदे ने, जिवें बाणी विच लिखिया ना, बनारस के ठग। वो ठग जड़े होंदे ने, उन्हां दा पहरावा हुंदा बहुत इंप्रैशन वाला, इंप्रैसिव, प्रभावित करने वाला। ते भगत कबीर जी ने बनारस के ठगां दी मतलब उत्थे दे जिहड़े धार्मिक अखौती जिहड़े ने, धर्म का लिबास पा के लोकां नूं कर्म कांडां भुलेखियां विच पा के अपनी रोजी रोटी लोकां नूं डरा के कमाउंदे ने। और उन्हां दे बारे क्या है? गली जिन्ना जप मालियां, लुटे हाथ निबग, ओए हर के संत न आखी है। बनारस के ठग, मतलब उस पवित्र धरती बनारस दी ते ये आके ठग रहे ने, संसार नूं ठग रहे ने। चलो वो ते बाहरले चोर ने ना, ते इस नूं अंदरों जिहड़ा अंदरों ही ठगिया जा रहा है। अंदरों ही ठग ठग के इस दे पल्ले कुछ नहीं रहन दिता। जिहड़े पंज बैठे ने, ये बाणी विच लिखिया, मारे लुटै नीत नीत। ठग एक बारी ठगेगा, दो बारी ठगेगा, 10 बारी ठगेगा, एक बारी लुटेगा, 2 बारी लुटेगा कोई डाकू चोर। पर जिहड़े अंदर डाकू चोर ते ठग बैठे ने, महाराज जी बाणी विच लिखदे, मारे लुटे नीत नीत। रोज हर वेले सदा मारे लुटे नीत नीत। ते हुण इन्हां ठगां तों बचण दे लई पुकार किथे कीती जावे? किस आगे करी पुकार जाना? किस दे अगे पुकार कीती जाए? आम करके जदों कोई इदां दी गल हुंदी है, बाहर दुनिया विच दे लोग पुलिस नूं कंप्लेंट करदे हन। ते वे पुलिस जिहड़ी है उन्हां ठगां ते चोरां नूं अरैसट करके धारा ला के अंदर कर दिंदी है। ते जिहड़े साडे अंदर पंज ठग बैठे ने, चोर बैठे ने, इन्हां दी कंप्लेंट कित्थे कीती जाए? महाराज जी कहंदे बाणी विच सुनो, किसे आगे करी पुकार जाना। किहदे अगे पुकार करिए? किहदे अगे बेनती करिए? की करिए? श्री राम नामा उच्चर मना। जिवें चोर डाकू पुलिस नूं देख के भजदे ने ना, डंडा दे के भजदे है ना, हथियार दे के भजदे है। जदों राम दे नाम दा डंडा पास होएगा, जदों राम दे नाम दा प्रकाश होएगा, ते ये बाणी विच लिखिया, फिर भज जांदे ने, दौड़ जांदे ने। प्रताप तुम्हारा देख के जमदूत छड़ जाए। प्रताप तुम्हारा देख के जमदूत छड़ जाए। नाल नारायण मेरे जमदूत ना आवे नेड़े। ये पंज जिहड़े जमदूत के रूप में आके बहुत ज़्यादा साडी हालत खराब करते ने। पर महाराज जी कहते नारायण रब ओदे नाम नूं याद रख, जुड़िया रहो, ते ये तैनूं ठगणगे नहीं, तेरा नुकसान नहीं करनगे। जिस खेत नूं वाड़ लग जाए
ਪਸ਼ੂ ਮੂੰਹ ਮਾਰਨਾ ਬੰਦ ਕਰ ਦਿੰਦੇ ਨੇ, ਪਸ਼ੂ ਵੜਦੇ ਨਹੀਂ। ਜਿਸ ਖੇਤ ਨੂੰ ਵਾੜਨਾ ਹੋਵੇ ਤੇ ਉਹਦੇ ਵਿੱਚ ਅਕਸਰ ਪਸ਼ੂ ਲੰਘਦੇ ਲੰਘਦੇ ਵੜ ਜਾਂਦੇ ਨੇ ਤੇ ਚਰ ਲੈਂਦੇ ਨੇ ਘਾਹ ਜਾਂ ਪੱਠੇ ਕਹਿ ਦਈਏ ਜਾਂ ਫਸਲ। ਤੇ ਜਦੋਂ ਵਾੜ ਲਾਈ ਹੋਵੇ ਤੇ ਫਿਰ ਕੋਈ ਅੰਦਰ ਛੇਤੀ ਵੜ ਨਹੀਂ ਸਕਦਾ। ਜਦੋਂ ਕਿਸੇ ਨੇ ਸ਼ਬਦ ਦੀ ਕਮਾਈ ਕੀਤੀ, ਸ਼ਬਦ ਨੂੰ ਪੜ੍ਹਿਆ, ਸ਼ਬਦ ਦਾ ਗਿਆਨ ਪ੍ਰਾਪਤ ਕੀਤਾ ਤੇ ਉਸਨੇ ਵੀ ਇੱਕ ਐਸੀ ਲਕੀਰ ਖਿੱਚ ਦੇਣੀ ਹੈ, ਇਹ ਪੰਜਾਂ ਦੇ ਵਿੱਚੋਂ ਕੋਈ ਵੀ ਅੱਗੇ ਵੱਧ ਕੇ ਇਹਦਾ ਨੁਕਸਾਨ ਨਹੀਂ ਕਰ ਸਕੇਗਾ। ਮਤਲਬ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪ੍ਰਗਾਸ। ਇਸ ਕਰਕੇ ਮਹਾਰਾਜ ਜੀ ਕਹਿੰਦੇ ਜੱਗ ਠੱਗਿਆ ਜਾ ਰਿਹਾ, ਉਹਨਾਂ ਦੇ ਵਿੱਚ ਤੂਣਾ ਆ ਜੀ। ਜੱਗ ਲੁੱਟਿਆ ਜਾ ਰਿਹਾ, ਉਹਨਾਂ ਦੇ ਵਿੱਚ ਤੂਣਾ ਸ਼ਾਮਲ ਹੋ ਜਾਈ। ਸੋ ਜਿਨ੍ਹਾਂ ਨੂੰ ਨਹੀਂ ਪਤਾ ਸੀ ਉਹ ਤੇ ਲੁੱਟੇ ਗਏ, ਕਿਉਂਕਿ ਉਹਨਾਂ ਨੂੰ ਪਤਾ ਨਹੀਂ ਸੀ। ਤੈਨੂੰ ਦੱਸ ਦਿੱਤਾ, ਤੈਨੂੰ ਜਗਾ ਦਿੱਤਾ, ਤੈਨੂੰ ਦੱਸ ਦਿੱਤਾ ਗਿਆ ਵੀ ਇਹ ਠੱਗਾਂ ਨੇ ਲੁੱਟਣਾ ਹੈ ਜਾਂ ਲੁੱਟ ਲੈਣਾ ਹੈ। ਤੂੰ ਬਹੁਤ ਜ਼ਿਆਦਾ ਧਿਆਨ ਦੇ ਨਾਲ ਇਸ ਜੱਗ ਦੇ ਵਿੱਚ ਯਾਤਰਾ ਕਰਨੀ ਹੈ। ਹਰ ਠੱਗ ਜਗ ਕੋ ਠਗੌਰੀ ਲਾਈ, ਠਗੌਰੀ ਲਾਈ। ਸੋ ਅਚਲ ਬਟਾਲੇ ਦਾ ਜਦੋਂ ਮੇਲਾ ਲੱਗਦਾ ਸੀ ਨਾ, ਤੇ ਗੁਰੂ ਨਾਨਕ ਮਹਾਰਾਜ ਜੀ ਦੀ ਬਾਣੀ ਵਿੱਚ ਵੀ ਬੜਾ ਕੁਝ ਲਿਖਿਆ ਸਿੱਧ ਜੋਗੀਆਂ ਦੇ ਨਾਲ। ਸਿੱਧ ਗੋਸ਼ਟ ਦੇ ਵਿੱਚ ਇਹ ਜੋਗੀ ਜਿਹੜੇ ਸੀ ਲੋਕਾਂ ਨੂੰ ਭਰਮਾਉਣ ਦੇ ਲਈ ਕੀ ਕਰਦੇ ਸੀ, ਹਿਰਦੀਆਂ ਸਿੱਧੀਆਂ ਥੋੜੀਆਂ ਬਹੁਤੀਆਂ ਸ਼ਕਤੀਆਂ ਦੇ ਨਾਲ ਇਹ ਲੋਕਾਂ ਨੂੰ ਆਪਣੇ ਪਿੱਛੇ ਲਾ ਲੈਂਦੇ ਹੁੰਦੇ ਸੀ ਔਰ ਅੱਖਾਂ ਮੀਟ ਕੇ ਬਹਿ ਜਾਂਦੇ ਸੀ ਔਰ ਲੋਕਾਂ ਨੂੰ ਦੱਸਦੇ ਸੀ ਅਸੀਂ ਹੁਣ ਉਸ ਆਕਾਸ਼ ਵਿੱਚ ਚਲੇ ਗਏ, ਸਾਡੀ ਸੁਰਤ ਹੁਣ ਉਸ ਪਤਾਲ ਵਿੱਚ ਚਲੀ ਗਈ ਹੈ, ਅਸੀਂ ਹੁਣ ਫਲਾਨੀ ਜਗ੍ਹਾ ਦੀ ਯਾਤਰਾ ਕਰਦੇ ਪਏ ਹਾਂ। ਅੱਖਾਂ ਮੀਟ ਕੇ ਤੇ ਲੋਕਾਂ ਨੂੰ, ਦੁਨੀਆ ਨੂੰ ਇੰਜ ਦੱਸਣਾ ਤੇ ਲੋਕ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਉਹਨਾਂ ਦੇ ਅੱਗੇ, ਉਹਨਾਂ ਦੇ ਲੋਟੇ ਦੇ ਵਿੱਚ ਮਾਇਆ ਪੈਸੇ ਪਾ ਕੇ ਮੱਥਾ ਟੇਕ ਕੇ ਬਹਿ ਜਾਂਦੇ। ਸੋ ਪੰਕਤੀ ਆਈ ਹੈ ਠੱਗ ਦੀ, ਠਗੌਰੀ ਦੀ, ਤੇ ਗੁਰੂ ਨਾਨਕ ਮਹਾਰਾਜ ਜੀ ਦਾ ਪ੍ਰਮਾਣ ਆ ਗਿਆ। ਉਹ ਜਿਹੜੇ ਹੈ ਲੋਕਾਂ ਨੂੰ ਠੱਗਣ ਦਾ ਯਤਨ ਕਰਦੇ ਨੇ ਤੇ ਬਾਬਾ ਅਚਲ ਬਟਾਲੇ ਪਹੁੰਚਿਆ, ਬਾਬਾ ਮਿਲੇ ਗਿਆ। ਉਸਨੇ ਇਹ ਕਾਰਨਾਮੇ ਦੇਖੇ, ਕਾਰੇ ਦੇਖੇ ਵੀ ਇਹ ਲੋਕ ਜਿਹੜੇ ਨੇ ਧਰਮ ਦੀ ਆੜ ਦੇ ਵਿੱਚ ਭੋਲੇ ਭਾਲੇ ਲੋਕਾਂ ਨੂੰ ਕਿਵੇਂ ਫਸਾ ਕੇ, ਕਿਵੇਂ ਉਹਨਾਂ ਦੇ ਕੋਲੋਂ ਧਨ ਪ੍ਰਾਪਤ ਕਰਦੇ ਹਨ ਔਰ ਉਹਨਾਂ ਨੂੰ ਸੱਚਾ ਗਿਆਨ ਜਿਹੜਾ ਉਹ ਦੇ ਨਹੀਂ ਰਹੇ, ਉਹਨਾਂ ਨੂੰ ਸਹੀ ਗਾਈਡ ਨਹੀਂ ਕਰ ਰਹੇ। ਸੱਚਾ ਗਿਆਨ ਕਿਸੇ ਦੇ ਕੋਲ ਹੋਵੇ ਵੱਡੀ ਗੱਲ ਨਹੀਂ। ਇੱਕ ਪਿੰਡ ਦੇ ਵਿੱਚ ਭਾਵੇਂ 20 ਗੁਰਦੁਆਰੇ ਹੋਣ, ਕੋਈ ਵੱਡੀ ਗੱਲ ਨਹੀਂ। ਉਹਦੇ ਵਿੱਚੋਂ ਸਾਧ ਸੰਗਤ ਜੀ ਪ੍ਰਚਾਰ ਤੇ ਪ੍ਰਸਾਰ ਕਿਸ ਤਰੀਕੇ ਨਾਲ ਕਿੰਨਾ ਹੁੰਦਾ, ਗੱਲ ਤੇ ਇਹ ਹੈ। ਕੋਈ ਬੰਦਾ ਬਹੁਤ ਵਿਦਵਾਨ ਹੈ, ਅਸੀਂ ਵਿਦਵਾਨ ਨੂੰ ਕੀ ਕਰਨਾ, ਅਸੀਂ ਕਿਸੇ ਦੇ ਗਿਆਨ ਪੁਣੇ ਨੂੰ ਕੀ ਕਰਨਾ। ਕੋਈ ਬੰਦਾ ਬਹੁਤ ਅਮੀਰ ਹੈ, ਆਪਣੇ ਘਰ ਅਮੀਰ ਹੋਏਗਾ, ਸਾਨੂੰ ਉਹਦੀ ਅਮੀਰੀ ਤੋਂ ਕੀ। ਹਾਂ, ਜੇ ਉਹ ਕਿਸੇ ਦੀ ਹੈਲਪ ਕਰਦਾ, ਜੇ ਉਹ ਕੋਈ ਪੁੰਨ ਕਰਦਾ ਜਾਂ ਸਮਾਜ ਦੇ ਵਿੱਚ ਵਿਚਰਦਾ, ਕਿਸੇ ਧੀ ਭੈਣ ਦੇ ਵਿਆਹ ਸ਼ਾਦੀ ਦੇ ਕੋਈ ਰੁਪਈਆ ਟਕਾ ਦਿੰਦਾ, ਲੋੜਵੰਦ ਨੂੰ ਕੋਈ ਸੌਦਾ ਖਰੀਦ ਕੇ ਦੇ ਦਿੰਦਾ, ਕੋਈ ਖਾਣ ਪੀਣ ਨੂੰ ਚੀਜ਼ਾਂ ਲੈ ਕੇ ਦੇ ਦਿੰਦਾ, ਫਿਰ ਤੇ ਉਹਦੀ ਅਮੀਰੀ ਨੂੰ ਨਮਸਕਾਰ ਵੀ। ਜੇ ਕੋਈ ਗਿਆਨੀ ਬੰਦਾ, ਕਈ ਲੋਕ, ਕਈ ਉਸਤਾਦ ਲੋਕ ਦੇਖੇ ਨੇ, ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਸੁਣਿਆ ਵੀ ਜਿਹੜਾ ਗੁਣ ਹੈ ਛੇਤੀ ਨਹੀਂ ਦੇਈਦਾ। ਚਲੋ ਚੰਗੀ ਗੱਲ ਹੈ, ਕਦਰਦਾਨ ਤੇ ਚਾਹੀਦਾ ਵੈਸੇ, ਪਰ ਜੇ ਸਾਰੀ ਜ਼ਿੰਦਗੀ ਦੇ ਵਿੱਚ ਕੋਈ ਵਿਦਵਾਨ ਜਾਂ ਕੋਈ ਗੁਣਵਾਨ ਬੰਦਾ, ਜੇ ਰੱਬ ਨੇ ਉੱਤੇ ਮਿਹਰ ਕੀਤੀ ਹੈ, ਉਹ ਲੁਕੋਈ ਫਿਰੇ, ਸ਼ੇਅਰ ਹੀ ਨਾ ਕਰੇ ਉਸ ਗਿਆਨ ਨੂੰ, ਉਸ ਵਿਦਵਤਾ ਨੂੰ, ਤੇ ਬਾਣੀ ਦੇ ਵਿੱਚ ਸਾਧ ਸੰਗਤ ਜੀ ਫਿਰ ਲਿਖਿਆ ਹੋਇਆ ਉਹ ਵਿਦਿਆ ਨਹੀਂ, ਉਹ ਰੱਬ ਦੀ ਬਖਸ਼ਿਸ਼ ਨਹੀਂ, ਉਹ ਤੇ ਇੱਕ ਅਹੰਕਾਰ ਵਾਲੀ ਚੀਜ਼ ਹੈ।
ਤੇ ਜਿਸ ਦੇ ਬਾਰੇ ਬਾਣੀ ਵਿੱਚ ਲਿਖਿਆ, ਜੋ ਜਾਣੇ ਮੈਂ ਭਗਤ ਗਿਆਨੀ, ਠਾਕੁਰ ਆਗੇ ਤਿਲ ਨਹੀਂ ਮਾਨੀ। ਜੇ ਕੋਈ ਇਕੱਲਾ ਹੀ ਸੁਣਾਈ ਜਾਏ ਮੈਂ ਗਿਆਨੀ, ਮੈਂ ਵਿਦਵਾਨ, ਮੈਂ ਵਿਦਵਾਨ, ਤੇ ਆਪਣੀ ਵਿਦਵਤਾ ਦਾ ਅਹੰਕਾਰ ਹੀ ਕਰਦਾ ਫਿਰੇ ਤੇ ਕਿਸੇ ਨੂੰ ਕੋਈ ਸਹੀ ਦਿਸ਼ਾ ਦਿਖਾਵੇ ਨਾ, ਤੇ ਮਹਾਰਾਜ ਜੀ ਕਹਿੰਦੇ ਠਾਕੁਰ ਦੇ ਅੱਗੇ ਇੱਕ ਤਿਲ ਜਿੰਨੀ ਵੀ ਤੇਰੀ ਵਿਦਵਤਾ ਨਹੀਂ ਚੱਲੇਗੀ, ਨਹੀਂ ਚੱਲੇਗੀ। ਤੂੰ ਆਪਣੇ ਗਿਆਨ ਰਾਹੀਂ, ਆਪਣੀ ਵਿਦਵਤਾ ਦੇ ਰਾਹੀਂ ਕਿੰਨਿਆਂ ਦਾ ਭਲਾ ਕੀਤਾ, ਬਾਕੀਆਂ ਨੂੰ ਛੱਡ ਖੁਦ ਦਾ ਕੀਤਾ, ਹੋਰ ਛੱਡ ਆਪਣੇ ਪਰਿਵਾਰ ਦਾ ਕੀਤਾ, ਆਪਣੇ ਮਿੱਤਰਾਂ ਦੋਸਤਾਂ ਦਾ ਕੀਤਾ, ਜੇ ਸਮਾਜ ਵਿੱਚ ਰਹਿੰਦਾ ਉੱਥੇ ਕੋਈ ਕੀਤਾ। ਜੇ ਨਹੀਂ ਕੀਤਾ ਤੇ ਫਿਰ ਤੇਰਾ ਜਿਹੜਾ ਉਹ ਪੜ੍ਹਿਆ ਜਾਂ ਸੁਣਿਆ ਜਾਂ ਤੇਰੇ ਕੋਲ ਜੋ ਕੁਝ ਵੀ ਹੈ ਉਹ ਤੇ ਇੱਕ ਸਤਸੰਗ ਜੀ ਐਵੇਂ ਹੀ ਕੋਈ ਫਾਲਤੂ ਚੀਜ਼ ਨੁੱਕਰ 'ਚ ਜਿਹੜੀ ਪਈ ਹੁੰਦੀ ਹੈ ਨਾ ਉਹਦੇ ਸਮਾਨ ਹੈ। ਜਿਹੜੀ ਚੀਜ਼ ਕੰਮ ਹੀ ਨਾ ਆਵੇ ਉਹਨੂੰ ਕੀ ਕਰਨਾ, ਧਿਆਨ ਦੇਣਾ। ਜਿਹੜੀ ਚੀਜ਼ ਇਸਤੇਮਾਲ ਹੀ ਨਾ ਕੀਤੀ ਜਾਵੇ ਉਸ ਨੂੰ ਕੀ ਕਰਨਾ। ਸੋ ਇਸ ਕਰਕੇ ਜਿਹੜਾ ਗਿਆਨ ਕਿਸੇ ਦੇ ਕੰਮ ਨਾ ਆਵੇ ਉਸ ਨੂੰ ਕੀ ਕਰਨਾ। ਲੋਕਰਾਂ ਦੇ ਵਿੱਚ ਜਮਾ ਸੋਨੇ ਨੂੰ ਕੀ ਕਰਨਾ ਜੇ ਕੰਮ ਹੀ ਨਾ ਆਵੇ। ਪੈਸੇ ਨੂੰ ਜਮਾ ਹੀ ਕਰੀ ਜਾਣਾ, ਜਮਾ ਹੀ ਕਰੀ ਜਾਣਾ, ਖਰਚਣਾ ਨਹੀਂ। ਬਾਣੀ ਵਿੱਚ ਲਿਖਿਆ ਸੂਮ ਬਣ ਕੇ ਰਹਿਣਾ, ਉਹਦਾ ਫਾਇਦਾ ਕੀ ਬਈ। ਬਾਣੀ ਵਿੱਚ ਇਹ ਸਭ ਕੁਝ ਲਿਖਿਆ ਜੋ ਅੱਜ ਤੁਹਾਡੇ ਨਾਲ ਵਿਚਾਰ ਕਰਦਾ। ਕਹਿੰਦੇ ਸੂਮੇ ਧਨ ਰਾਖਣ ਕੋ ਦੀਆ, ਮੁਗਧ ਕਹੇ ਧਨ ਮੇਰਾ। ਜਿਹੜਾ ਸੂਮ ਬੰਦਾ ਹੈ ਨਾ ਉਹ ਜਮਾ ਹੀ ਕਰੀ ਜਾਂਦਾ, ਮਰ ਜਾਂਦਾ, ਦਿਨ ਰਾਤ ਖਪ ਖਪ ਕੇ ਜਮਾ ਕਰੀ ਜਾਂਦਾ, ਜਮਾ ਹੀ ਕਰੀ ਜਾਂਦਾ। ਸੂਮੇ, ਸੂਮੇ ਦਾ ਮਤਲਬ ਸੂਮ, ਸੂਮੇ ਧਨ ਰਾਖਣ ਕੋ ਦੀਆ। ਮਹਾਰਾਜ ਜੀ ਕਹਿੰਦੇ ਸੋਮ ਪੁਰਖ ਨੂੰ ਧਨ ਜਿਹੜਾ ਕੇਵਲ ਜਮਾ ਕਰਨ ਲਈ ਦਿੱਤਾ ਜਾਂਦਾ ਹੈ, ਉਹਨੂੰ ਵਰਤਦਾ ਕੋਈ ਹੋਰ ਹੈ। ਉਹਦੇ ਭਾਗਾਂ ਵਿੱਚ ਨਹੀਂ ਹੁੰਦਾ ਵਰਤਣਾ, ਉਹਦੇ ਕਰਮਾਂ ਵਿੱਚ ਨਹੀਂ। ਉਹਦੇ ਕਰਮਾਂ ਵਿੱਚ ਲਿਖਿਆ ਜੋੜਨਾ, ਤੇ ਬਾਣੀ ਦੇ ਵਿੱਚ ਲਿਖਿਆ ਨਹੀਂ। ਇਸ ਤਰ੍ਹਾਂ ਨਹੀਂ। ਕੋਈ ਵੀ ਵਸਤੂ ਹੈ, ਖੜਾ ਪਾਣੀ ਖਰਾਬ ਹੋ ਜਾਂਦਾ, ਠੀਕ ਹੈ, ਮਾਇਆ ਕੰਮ ਆਉਂਦੀ ਹੈ। ਪਰ ਜੇ ਹੁਣ ਕੋਈ ਮਰੀ ਜਾਵੇ ਐਵੇਂ ਹੀ ਦੁੱਖ ਦੇ ਨਾਲ, ਗਰੀਬੀ ਦੇ ਨਾਲ, ਖਰਚ ਤੋਂ ਤੰਗ ਹੋ ਕੇ, ਤੇ ਹੈ ਸਭ ਕੁਝ ਉਸ ਕੋਲ, ਫਿਰ ਉਸ ਦਾ ਉਹ ਚੀਜ਼ ਦਾ ਫਾਇਦਾ ਕੀ ਜੇ ਉਸ ਚੀਜ਼ ਤੋਂ ਸੁੱਖ ਨਾ ਲਿਆ, ਉਹਨੂੰ ਇਸਤੇਮਾਲ ਨਾ ਕੀਤਾ। ਸੋ ਨਾਲੋਂ ਨਾਲ ਵਿਚਾਰ ਆਈ ਜਾ ਰਿਹਾ। ਸਾਡੇ ਨੂੰ ਸਾਰਿਆਂ ਨੂੰ ਮਹਾਰਾਜ ਜੀ ਨੇ ਬੁੱਧੀ ਦਿੱਤੀ ਹੈ, ਦਿਮਾਗ ਦਿੱਤਾ ਹੈ, ਤੇ ਜੇ ਇਸ ਦਿਮਾਗ ਦਾ ਇਸਤੇਮਾਲ ਹੀ ਨਹੀਂ ਕੀਤਾ ਤੇ ਫਿਰ ਮਹਾਰਾਜ ਜੀ ਕਹਿੰਦੇ ਪਾਗਲ ਥੋੜੇ ਨੇ। ਫਿਰ ਤੇ ਬਿਨ ਨਾਵੇ ਜਗ ਕਮਲਾ ਫਿਰੇ, ਗੁਰਮੁਖ ਨਦਰੀ ਆਇਆ। ਦਿਮਾਗ ਦਾ ਇਸਤੇਮਾਲ ਸਹੀ ਕਰਨਾ ਹੈ, ਸਰੀਰ ਦਾ ਇਸਤੇਮਾਲ ਸਹੀ ਕਰਨਾ ਹੈ, ਆਪਣੀਆਂ ਇੰਦਰੀਆਂ ਦਾ ਇਸਤੇਮਾਲ ਸਹੀ ਕਰਨਾ ਹੈ, ਆਪਣੀ ਸੋਚ ਦਾ ਇਸਤੇਮਾਲ ਸਹੀ ਕਰਨਾ ਹੈ। ਤੇ ਜੇ ਗਲਤ ਕੀਤਾ ਤੇ ਤੂੰ ਉਸ ਲੇਖੇ ਦੇ ਵਿੱਚ ਪੈ ਜਾਏਗਾ ਜਿਹਨੂੰ ਪੀੜ ਕੇ ਨਿਚੋੜ ਕੇ ਲਿਆ ਜਾਂਦਾ ਹੈ। ਲਿਖਾ ਲੀਜੇ ਤਿਲ ਜਿਉ ਪੀੜੀ। ਸੋ ਬਾਣੀ ਦੀ ਬੜੀ ਪਿਆਰੀ ਪੰਕਤੀ ਚੱਲ ਰਹੀ ਹੈ ਜੀ ਵੀ ਜੱਗ ਠੱਗਿਆ ਜਾ ਰਿਹਾ, ਠੱਗਿਆ ਜਾ ਰਿਹਾ। ਠੱਗ ਮਹਿਕਮਾ ਬਹੁਤ ਹੈ, ਪਤਾ ਨਹੀਂ ਲੱਗ ਰਿਹਾ, ਬਹੁਤ ਪਤਾ ਨਹੀਂ ਲੱਗ ਰਿਹਾ ਕਿਹੜਾ ਠੱਗ ਰਿਹਾ। ਕੇਵਲ ਉਹ ਨਹੀਂ ਵੀ ਜਿਹੜੇ ਪੈਸੇ ਹੀ ਕੋਈ ਠੱਗ ਰਿਹਾ। ਕੇਵਲ ਪੈਸੇ ਨੂੰ ਨਾ ਸਮਝਣਾ ਵੀ ਜਿਹੜਾ ਠੱਗੀ ਕਰਦਾ ਕੇਵਲ ਪੈਸਿਆਂ ਦੀ ਠੱਗੀ ਕਰਦਾ। ਜਿਹੜੇ ਠੱਗੀ ਕਰਦੇ ਨਾ ਸਾਡਾ ਭਰੋਸਾ ਠੱਗਦੇ ਨੇ, ਪਹਿਲਾਂ ਸਾਨੂੰ ਭਰੋਸੇ 'ਚ ਲੈਂਦੇ ਨੇ, ਸਾਡੇ ਨਾਲ ਮਿੱਠੀਆਂ ਮਿੱਠੀਆਂ ਗੱਲਾਂ ਕਰਕੇ ਸਾਨੂੰ ਭਰੋਸੇ ਵਿੱਚ ਲੈ ਕੇ, ਤੇ ਕਈ ਵਾਰ ਉਹ ਪੈਸੇ ਨਹੀਂ ਸਾਡੇ ਕੋਲ ਚੁਰਾਉਂਦੇ, ਉੱਦਾਂ ਨੁਕਸਾਨ ਕਰ ਦਿੰਦੇ ਨੇ। ਇਹਨੂੰ ਠੱਗਣਾ ਹੀ ਕਹਿੰਦੇ ਨੇ। ਸਾਨੂੰ ਸਮਝ ਹੀ ਨਹੀਂ ਲੱਗਦੀ ਵੀ ਇਹ ਬੰਦਾ ਮੇਰਾ ਭਲਾ ਕਰਦਾ ਪਿਆ ਕਿ ਬੁਰਾ ਕਰਦਾ ਪਿਆ। ਲੱਗਦਾ ਮੇਰਾ ਭਲਾ ਕਰਦਾ ਪਿਆ, ਪਰ ਉਹ ਸਾਨੂੰ ਭਰੋਸੇ ਦੇ ਵਿੱਚ ਲੈ ਕੇ ਐਸਾ ਠੱਗਦੇ ਨੇ, ਐਸਾ ਠੱਗਦੇ ਹਨ ਕਿ ਬੰਦਾ ਸਾਰੀ ਜ਼ਿੰਦਗੀ ਰੋਂਦਾ ਰਹਿੰਦਾ। ਇਸ ਕਰਕੇ ਜੱਗ ਤੋਂ ਬਹੁਤ ਧਿਆਨ ਦੇ ਨਾਲ, ਬਹੁਤ ਧਿਆਨ ਦੇ ਨਾਲ ਇਸ ਜੱਗ ਕੋਲੋਂ ਦੇਖ ਕੇ ਟੁਰਨਾ, ਕਰਨਾ, ਬੋਲਣਾ। ਨਿਤ ਜੱਗ ਠਗੌਰੀ, ਜੱਗ ਠਗੌਰੀ, ਹਰ ਠੱਗ ਜਗ ਕੋ ਠਗੌਰੀ ਲਾਈ। ਹਰ ਕੇ ਵਿਯੋਗ ਕੈਸੇ ਜਿਉ ਮੇਰੀ ਮਾਈ। ਸੋ ਕਿਉ ਵਿਸਰੈ ਮੇਰੀ ਮਾਏ, ਸੋ ਕਿਉ ਵਿਸਰੈ ਮੇਰੀ ਮਾਏ। हर के वियोग कैसे जियो मेरी माई रहो। हे मेरी माँ,
मैं इस ठग बूटी संसार दे विच धतूरे वर्गे संसार दे विच मैं हुण तेतों विछड़ के किवें जी सकदा हां। हर के वियोग कैसे जियो मेरी माई। सो मैं इस संसार दे विच तेतों दूर रह के जी नहीं सकदा, क्योंकि दुनिया ने मैनू मार देना, खत्म कर देना। संसार दे विच बहुत घट लोग होंदे ने जिहड़े दूजे नूं जिउणा सिखाउंदे हन। ध्यान देना, बहुत लोग घट होंदे ने जिहड़े इदां चाहुंदे ने भी भाई तू भी इस तरह तरक्की कर। बहुत घट इदां दी सलाह दिंदे ने। तुसीं देख लैना, किसी दा धी पुत्र इदां तरक्की करे भी कोई सलाह बिरला ही दिंदा भी इदां करो। कोई डाउन किवें होवे, कोई थल्ले किवें जावे, ये ते सत्संग जी संसार करदा है। पर कोई जिहड़ा मेरे बराबर ना आ जाए, ये चीज़ जिहड़ी है संसार दे लोग करदे ने। कोई मेरे बराबर ना आ जाए, चलो जे बराबर आ गया, ये बहुत ज़्यादा फिक्र है किधरे मेरे नालों अगे ना निकल जाए। भगत जी ने जो बाणी में लिखिया सही लिखिया भी जग इस तरह का ठगियां वाला है, इस तरह का फरेबी है, धोखेबाज है भी बाहरों होर ते अंदरों होर, अंदरों जी ते बाहरों जिहड़ा है वो होर कुछ। खिमा करना, मूँह दे विचों जी ते अंदरों जिहड़ा है वो कुछ होर सोच के बैठा। इस करके जग ठग रहा भी जग तू ध्यान दे नाल। हर के वियोग कैसे जियो मेरी माई। फिर हे मालक, इस संसार दे इस धोखे विच मैं किवें जी सकांगा तेरे तो बगैर। जां इंज भी कह सकते हैं, हर के वियोग कैसे जियो मेरी माई। है मेरी माँ, बाणी मेरी माँ है, नानक मेरी माँ है, गोविंद मेरी माँ है। ये माँ, माँ तो बगैर बच्चा किवें जीवे। संसार बहुत तंग करदा। जो अनाथ हो जाते ने संसार उन्होंने बहुत तंग करदा। जिन्हां दा साया उठ जाता ना, माँ बाप का साया सिर तो, उन्होंने पुछ के कोई देखे भी जग विच किन्नियां ठोकरां खाणियां पैंदियां हन। सो भगत कबीर जी कहते ने, मैं इस जग विच मेरी माँ, मेरे मालक मेरी माँ, मैं किवें जीवांगा, किवें मैं इस संसार दे विच रहांगा तेरे तो दूर हो के। दा मतलब परम पिता परमात्मा नूं मां दे रूप दे विच ते प्यो दे रूप दे विच, बाप दे रूप दे विच हमेशा तरसदे रहना चाहिए, याद करना चाहिए, ओदी खिच बनाउणी चाहिदी है। कौन को पुरख कौन की नारी। भगत कबीर जी कहते ने, केड़ा पति ते केड़ी पत्नी, केड़ा मर्द ते केड़ी औरत, कौन को पुरख, केड़ा पुरख कौन को नारी, केड़ी नारी। इस हुण इहदे शब्द दे विच, इस पंक्ति विच औरत मर्द पति पत्नी की गल कर दी है। कौन को पुरख कौन को कौन की नारी। केड़ा पुरख ते केड़ी नारी, केड़ा पति ते केड़ी पत्नी। ये नाता भी भगत जी कहते ने साक जेड़ा झूठा है जी। ये सदा रहन वाला नहीं है, सदा रहन वाला नहीं है। जीवन साथी आख्या जांदा है। जदों औरत मर्द विआह शादी दे बंधन दे विच लड़का लड़की वजदे ने, औरत मर्द बनदे है, ते फिर उन्हां नूं अक्सर कह दिता जांदा है ये जीवन साथी हन। इहदा मतलब ये हुंदा है भी जीवन जदों तक है उदों तक साथी हन, जदों जीवन खत्म हो जाता है उदों साथी कोई नहीं। जदों तक जीवन चल रहा है उदों तक साथी हन, ठीक है, पर जदों जिहड़ा जीवन चला जाता किसी का भी, फिर वो साथ नहीं दे सकता। इसदा मतलब कौन को पुरख कौन की नारी, या तत लेहो शरीर विचारी।
ਸੋ ਇਹ ਅਸਲੀਅਤ ਨੂੰ ਭਗਤ ਕਬੀਰ ਜੀ ਕਹਿੰਦੇ ਨੇ, ਸਮਝ ਲਓ ਮਨੁੱਖਾ ਜੀਵਨ ਮਿਲਿਆ ਹੋਇਆ, ਸਮਝ ਲਓ ਮੌਕਾ ਹੈ ਸਮਝਣ ਦਾ, ਅਸਲੀਅਤ ਨੂੰ ਸਮਝ ਲਓ, ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਸਮਝ ਲਓ। ਜੇ ਹੁਣ ਨਾ ਸਮਝਿਆ ਤੇ ਫਿਰ ਨਾ ਕਿਸੇ ਸਮਝਾਉਣ ਵਾਲੇ ਨੇ ਮਿਲਣਾ ਤੇ ਨਾ ਸਮਝਣ ਦਾ ਸਮਾਂ ਮਿਲਣਾ। ਇਹੀ ਤੇਰਾ ਅਵਸਰ, ਇਹੀ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ, ਹੁਣ ਸਮਾਂ ਹੈ ਸਮਝਣਾ ਚਾਹੁੰਨਾ ਤੇ ਆ ਜਾ। ਪਤਾ ਨਹੀਂ ਕਦੋਂ ਤੇਰੀਆਂ ਲੱਤਾਂ ਨੇ ਜਵਾਬ ਦੇ ਜਾਣਾ, ਇਹ ਬਾਣੀ ਵਿੱਚ ਲਿਖਿਆ ਹੋਇਆ। ਪਤਾ ਨਹੀਂ ਕਦੋਂ ਅੱਖੀਆਂ ਦੇ ਵਿੱਚੋਂ ਹੌਲੀ ਹੌਲੀ ਦਿਸਣਾ ਬੰਦ ਹੋ ਜਾਣਾ, ਕੋਈ ਪਤਾ ਨਹੀਂ। ਪਤਾ ਨਹੀਂ ਕਦੋਂ ਜਿਹੜੇ ਨੇ ਹੱਥ ਚੱਲਣੇ ਬੰਦ ਹੋ ਜਾਣੇ ਨੇ, ਔਰ ਦਿਮਾਗ ਦੀਆਂ ਜਿਹੜੀਆਂ ਨਾੜੀਆਂ ਨੇ ਕਮਜ਼ੋਰ ਹੋ ਜਾਣੀਆਂ ਨੇ, ਭੁੱਲਣ ਲੱਗ ਪੈਣਾ, ਸਭ ਕੁਝ ਭੁੱਲਣ। ਆਪਣੇ ਘਰ ਦੀ ਗਲੀ ਵੀ ਜਿਹੜੀ ਹੈ ਨਾ ਉਹ ਭੁੱਲਣ ਲੱਗ ਜਾਂਦੀ ਹੈ। ਤੁਸੀਂ ਦੇਖੇ ਹੋਣਗੇ ਕਈ ਲੋਕ ਜਿਹੜੇ ਆਪਣੇ ਘਰ ਤੱਕ ਵੀ ਪਹੁੰਚਣਾ ਉਹਨਾਂ ਲਈ ਮੁਸ਼ਕਲ ਹੋ ਜਾਂਦਾ ਹੈ, ਜਦੋਂ ਸਾਰਾ ਸਿਸਟਮ ਵੀਕ ਹੋ ਜਾਂਦਾ, ਕਮਜ਼ੋਰ ਹੋ ਜਾਂਦਾ। ਇਹ ਬਾਣੀ ਵਿੱਚ ਸਭ ਤੋਂ ਪਹਿਲਾਂ ਲਿਖ ਦਿੱਤਾ ਹੈ, ਇਹ ਸਭ ਕੁਝ ਹੋਣਾ ਹੈ, ਸਭ ਨਾਲ ਹੋਣਾ। ਬਾਬਾ ਫਰੀਦ ਜੀ ਕਹਿੰਦੇ ਮੈਂ ਦੱਸ ਦਿੰਦਾ ਤੁਹਾਨੂੰ, ਬਾਬਾ ਫਰੀਦ ਜੀ ਕਹਿੰਦੇ ਮੈਂ ਦੱਸ ਦਿੰਦਾ ਵੀ ਕੀ ਹੋਣਾ। ਅੱਜ ਫਰੀਦੇ ਕੁਜੜਾ ਸੇ ਕੋਹਾਂ ਥਿਉ, ਕੁਜੜਾ ਕਹਿ ਲਈਏ, ਕੁੱਜਾ ਕਹਿ ਲਈਏ, ਭਾਂਡਾ ਕਹਿ ਲਈਏ। ਕਹਿੰਦੇ ਮੈਂ ਚਾਰਪਾਈ ਤੇ ਪਿਆ, ਮੈਂ ਮੰਜੇ ਤੇ ਪਿਆ ਤੇ ਖੂੰਜੇ ਦੇ ਵਿੱਚ ਨੁੱਕਰ ਦੇ ਵਿੱਚ ਪਾਣੀ ਦਾ ਭਾਂਡਾ ਪਿਆ, ਕੁੱਜੇ ਵਿੱਚ ਕਹਿ ਲਈਏ, ਮਿੱਟੀ ਦੇ ਭਾਂਡੇ ਵਿੱਚ ਕਹਿ ਲਈਏ, ਉਹ ਪਿਆ। ਤੇ ਮੇਰੀ ਇੰਨੀ ਹਿੰਮਤ ਨਹੀਂ ਮੈਂ ਆਪਣੇ ਮੰਜੇ ਤੋਂ ਉੱਠ ਕੇ ਉਥੋਂ ਭਰ ਕੇ ਕੋਈ ਗਲਾਸ ਪਾਣੀ ਦਾ ਪੀਵਾਂ। ਮੈਨੂੰ ਏਦਾਂ ਲੱਗਦਾ ਵੀ ਇਹ 100 ਕੋਹਾਂ ਤੇ ਪਿਆ, ਮੈਨੂੰ ਏਦਾਂ ਲੱਗਦਾ ਪਤਾ ਨਹੀਂ ਕਿੰਨੇ 100 ਮੀਲ ਤੇ ਪਿਆ, ਵੀ ਮੈਂ ਨੁੱਕਰ ਦੇ ਵਿੱਚ, ਘਰ ਦੇ ਕਮਰੇ ਦੀ ਨੁੱਕਰ ਦੇ ਵਿੱਚ ਉੱਠ ਕੇ ਪਾਣੀ ਨਹੀਂ ਪੀ ਸਕਦਾ। ਜਾਂ ਇਸ ਤਰ੍ਹਾਂ ਦਾ ਸਮਾਂ ਵੀ ਆ ਸਕਦਾ ਹੈ ਵੀ ਅੱਜ ਫਰੀਦੇ ਕੁਜੜਾ ਸੈ ਕੋਹਾਂ ਥਿਉ, ਏਦਾਂ ਲੱਗਣਾ। ਬੰਦੇ ਦਾ ਮਨ ਕਰਨਾ ਵੀ ਇਹ ਚੀਜ਼ ਮੈਂ ਭੋਗ ਲਵਾਂ, ਕਰ ਲਵਾਂ, ਪਰ ਉਹ ਕੀਤੀ ਨਹੀਂ ਜਾਣੀ, ਕਿਉਂਕਿ ਸਰੀਰ ਦੇ ਅੰਗਾਂ ਨੇ ਜਵਾਬ ਦੇ ਜਾਣਾ, ਕੰਮ ਨਹੀਂ ਕਰਨਾ। ਅੰਦਰ ਜਿਹੜੀ ਖਿੱਚ ਤੇ ਰਹੇਗੀ ਵਸਤੂਆਂ ਦੀ, ਪਦਾਰਥਾਂ ਦੀ, ਇਹ ਪਦਾਰਥ ਨੂੰ ਮੈਂ ਜ਼ਿੰਦਗੀ ਦੇ ਵਿੱਚ ਭੋਗਿਆ, ਇਹਨੂੰ ਅਪਣਾਇਆ, ਤੇ ਫਿਰ ਜਦ ਇਸ ਦਾ ਸਰੀਰ, ਬੋਡੀ ਇਹਦੀ ਸਾਥ ਨਹੀਂ ਦੇਗੀ, ਫਿਰ ਉਹ ਜਿਹੜੀ ਚੀਜ਼ ਖਿੱਚ ਇਸ ਨੂੰ ਤੰਗ ਕਰੇਗੀ। ਸਰੀਰ ਨੇ ਕਰਮ ਕਰਨੀ ਪਾਉਣਾ, ਸਰੀਰ ਦੇ ਜਿਹੜੇ ਅੰਗ ਨੇ ਉਹ ਪ੍ਰੋਪਰ ਕੰਮ ਕਰਨੇ ਨਹੀਂ। ਤੇ ਜਿਹੜੀਆਂ ਚੀਜ਼ਾਂ ਨੂੰ ਇਹ ਸੰਸਾਰ ਦੇ ਵਿੱਚ ਜ਼ਿੰਦਗੀ ਦੇ ਦੌਰਾਨ ਭੋਗ ਚੁੱਕਿਆ, ਫਿਰ ਉਹਨਾਂ ਚੀਜ਼ਾਂ ਨੇ ਬਾਣੀ ਵਿੱਚ ਲਿਖਿਆ ਇਸ ਨੂੰ ਪਰੇਸ਼ਾਨ ਕਰਨਾ, ਤੜਫਾਉਣਾ। ਇਸ ਕਰਕੇ ਜ਼ਿੰਦਗੀ ਦੀ ਯਾਤਰਾ ਦੇ ਦੌਰਾਨ ਹੀ ਇਹਨਾਂ ਤੋਂ ਮੁਕਤੀ ਚਾਹੀਦੀ ਹੈ। ਬਾਣੀ ਵਿੱਚ ਲਿਖਿਆ ਵੀ ਜੀਵਨ ਦੇ ਵਿੱਚ ਖਾ ਵੀ ਲਈ, ਪੀ ਵੀ ਲਈ, ਹੱਸ ਵੀ ਲਈ, ਖੇਡ ਵੀ ਲਈ, ਆਪਣੇ ਫਰਜ਼ ਵੀ ਨਿਭਾ ਦੇਈ, ਪਰ ਇਹਨਾਂ ਵਿੱਚ ਹੀ ਨਾ ਫਸਿਆ ਰਹੀ। ਇਹਨਾਂ ਨੂੰ ਭੋਗਦਾ ਹੋਇਆ ਵਿੱਚੇ ਹੋਵੇ ਮੁਕਤ, ਕਹਿੰਦੇ ਨੇ। ਇਹਨਾਂ ਸਾਰਿਆਂ ਦੇ ਵਿੱਚੋਂ ਮਤਲਬ ਤੋਂ ਮੁਕਤ ਹੋਣਾ ਹੈ। ਹੱਸੰਦਿਆਂ, ਖੇਲੰਦਿਆਂ, ਪਹਿਨੰਦਿਆਂ, ਖਵੰਦਿਆਂ ਵਿੱਚੇ ਹੋਵੇ ਮੁਕਤ। ਇਹ ਨਹੀਂ ਵੀ ਉਹਦੇ ਵਿੱਚ ਹੀ ਉਹ ਸ਼ਹਿਦ ਦੀ ਮੱਖੀ ਵਾਂਗੂ ਫਸ ਕੇ ਕਿਤੇ ਮਰੀ ਜਾਏ। ਬਾਣੀ ਵਿੱਚ ਲਿਖਿਆ ਆਪਣਾ ਆਪ ਹੀ ਖਤਮ ਕਰ ਲਵੇ। ਇਸ ਸੰਸਾਰ ਦੇ ਪਦਾਰਥਾਂ ਨੂੰ, ਵਸਤੂਆਂ ਨੂੰ ਤੂੰ ਚੱਖ ਲਿਆ, ਭੋਗ ਲਿਆ, ਹੁਣ ਇਹਨਾਂ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਕਰ। ਹੁਣ ਪਦਾਰਥਾਂ ਦੇ ਸਵਾਦ ਦੇ ਵਿੱਚੋਂ ਬਾਹਰ ਆਉਣਾ ਸ਼ੁਰੂ ਕਰ। ਹੁਣ ਪਰਿਵਾਰਕ ਰਿਸ਼ਤਿਆਂ ਤੋਂ ਥੋੜਾ ਦੂਰ ਹੋਣਾ ਸ਼ੁਰੂ ਕਰ। ਪਰ ਜਦੋਂ ਅਸੀਂ ਬਾਣੀ ਨੂੰ ਪੜ੍ਹਿਆ, ਬਾਣੀ ਵਿੱਚ ਲਿਖਿਆ ਵੀ ਜਿਉਂ-ਜਿਉਂ ਇਨਸਾਨ ਦੀ ਉਮਰ ਵੱਧਦੀ ਹੈ,
ਸੰਸਾਰੀ ਚੀਜ਼ਾਂ ਦੇ ਨਾਲ ਮੋਹ ਜਿਹੜਾ ਇਹ ਵੱਧਦਾ ਜਾਂਦਾ, ਜਦ ਕਿ ਬਾਣੀ ਸਾਨੂੰ ਲਿਖਦੀ ਹੈ ਵੀ ਇਹਨਾਂ ਤੋਂ ਤੇ ਅਸੀਂ ਛੁਟਕਾਰਾ ਪਾਉਣਾ, ਮੁਕਤੀ ਹੋਣੀ, ਤਾਂ ਹੀ ਜਿਉਂਦੇ ਜੀ ਬਚਣਾ। ਜੋ ਪੰਕਤੀ ਆਉਂਦੀ ਹੈ ਨਾ, ਅੰਤ ਕਾਲ ਜੋ ਲక్ష్ਮੀ ਸਿਮਰੈ, ਅੰਤ ਕਾਲ ਜੋ ਲੜਕਾ ਸਿਮਰੈ, ਇਹ ਸਾਰੀਆਂ ਚੀਜ਼ਾਂ ਤੇ ਵਾਸ਼ਨਾ ਦਾ ਵੱਧਾ ਕਿੱਥੇ ਕਿੱਥੇ ਚਲ ਜਾਂਦਾ, ਬੇਸਵਾ ਵੀ ਬਣ ਜਾਂਦਾ ਹੈ, ਸਰਪ ਵੀ ਬਣ ਜਾਂਦਾ ਹੈ। ਇਸ ਕਰਕੇ ਮਹਾਰਾਜ ਜੀ ਕਹਿੰਦੇ ਵੀ ਇਹ ਚੀਜ਼ਾਂ ਤੂੰ ਦੇਖ ਲਈਆਂ, ਚੱਖ ਲਈਆਂ, ਭੋਗ ਲਈਆਂ, ਹੁਣ ਛੱਡ ਪਰਾਂ, ਹੁਣ ਇਹਨਾਂ ਤੋਂ ਕਿਨਾਰਾ ਕਰ, ਇਹਨਾਂ ਨੂੰ ਪਿੱਠ ਦੇ, ਹੁਣ ਇਹਨਾਂ ਨੂੰ ਛੱਡ ਦੇ, ਤਿਆਗਣਾ ਸ਼ੁਰੂ ਕਰ ਦੇ ਤੇ ਮੁਕਤੀ ਵੱਲ ਵੱਧ। ਮੁਕਤੀ ਵੱਲ ਵਧਣਾ ਹੋਰ ਕਿਹਨੂੰ ਕਹਿੰਦੇ ਨੇ? ਮੁਕਤੀ ਦਾ ਮਤਲਬ ਹੁੰਦਾ ਹੈ ਕੋਈ ਸੰਗਲ ਦੇ ਨਾਲ ਬੱਝਿਆ ਹੋਵੇ ਤੇ ਉਹਦਾ ਸੰਗਲ ਤੋੜ ਦਿੱਤਾ ਜਾਵੇ, ਭਾ ਮੁਕਤ। ਜੋ ਜੇਲ੍ਹ ਵਿੱਚ ਹੋਵੇ ਤੇ ਉਹਨੂੰ ਛੁਡਾ ਲਿਆ ਜਾਵੇ, ਚਾਹੇ ਉਹਨੂੰ ਜ਼ਮਾਨਤ ਦੇ, ਚਾਹੇ ਉਹਨੂੰ ਕਿਸੇ ਵੀ ਤਰੀਕੇ ਦੇ ਨਾਲ ਬਾਹਰ ਕੱਢ ਲਿਆ ਜਾਵੇ, ਮਤਲਬ ਬਚ ਗਿਆ, ਮੁਕਤ ਹੋ ਗਿਆ। ਤੇ ਸੰਸਾਰ ਦੇ ਪਦਾਰਥਾਂ ਦੇ ਸਵਾਦ ਤੇ ਮੋਹ ਇਹ ਇੱਕ ਜੇਲ੍ਹ ਹੈ, ਮਹਾਰਾਜ ਜੀ ਕਹਿੰਦੇ, ਇੱਕ ਬੰਧਨ ਹੈ। ਬੰਧਨ ਕਾਟ ਮੁਕਤ ਗੁਰ ਕੀਨਾ। ਸੋ ਹੌਲੀ ਹੌਲੀ ਅਸੀਂ ਸਾਰਿਆਂ ਨੇ ਇਹਦੇ ਵਿੱਚੋਂ ਬਾਹਰ ਨਿਕਲਣਾ। ਜਿਹੜੀਆਂ ਚੀਜ਼ਾਂ ਸਾਨੂੰ ਬਹੁਤ ਰਸਦਾਇਕ ਲੱਗਦੀਆਂ ਨੇ, ਇਹਨਾਂ ਨੂੰ ਹੌਲੀ ਹੌਲੀ ਪਰਾਂ ਕਰਨਾ, ਛੱਡਣਾ, ਤੇ ਫਿਰ ਤਾਂ ਰਹੇਗੀ ਕੰਚਨ ਸੀ ਕਾਇਆ। ਜੇ ਨਹੀਂ ਛੱਡਿਆ ਤੇ ਫਿਰ ਮਹਾਰਾਜ ਜੀ ਕਹਿੰਦੇ ਇਹਨਾਂ ਚੀਜ਼ਾਂ ਨੇ ਐਡਾ ਦਿਮਾਗ ਤੇ ਬੋਝ ਪਾ ਦੇਣਾ, ਤੈਨੂੰ ਪਾਗਲ ਕਰ ਸਕਦੀਆਂ। ਪਾਗਲ ਕਾਮ ਵਾਸ਼ਨਾ ਪਾਗਲ ਕਰ ਸਕਦੀ ਹੈ। ਕ੍ਰੋਧ ਜਿਹੜਾ ਹੈ ਨਾ, ਬੰਦਾ ਜਿਹੜਾ ਨਾ ਦੂਜੇ ਨੂੰ ਮਾਰ ਸਕਦਾ ਤੇ ਆਪਣੇ ਆਪ ਨੂੰ ਮਾਰ ਸਕਦਾ। ਇਹ ਐਵੇਂ ਛੋਟੀਆਂ ਛੋਟੀਆਂ ਕੋਈ ਗੱਲਾਂ ਨਹੀਂ ਹੈ, ਐਵੇਂ ਨਾ ਸਮਝਣਾ। ਜਦੋਂ ਇਹ ਸਵਾਰ ਹੁੰਦਾ ਹੈ ਨਾ, ਖਾਸ ਕਰਕੇ ਜਿਹੜੀਆਂ ਦੋਨੇ ਪਹਿਲੀਆਂ ਚੀਜ਼ਾਂ ਲਿਖੀਆਂ ਨਾ, ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਚਨ ਸੁਹਾਗਾ ਢਲ ਹੈ, ਇਹਨਾਂ ਤੇ ਕੰਟਰੋਲ ਕਾਬੂ ਪਾਉਣਾ ਸਾਨੂੰ ਗੁਰੂ ਦੀ ਕਿਰਪਾ ਨਾਲ ਆਉਣਾ ਚਾਹੀਦਾ, ਨਹੀਂ ਤੇ ਇਹਨਾਂ ਨੇ ਬਹੁਤ ਵੱਡਾ ਨੁਕਸਾਨ ਕਰ ਦੇਣਾ। ਬਣਾਈ ਹੋਈ ਸਾਰੀ ਜ਼ਿੰਦਗੀ ਦੀ ਇੱਜ਼ਤ ਜਿਹੜੀ ਨਾ, ਇੱਕ ਸਕਿੰਟ ਦੇ ਵਿੱਚ ਵਾਸ਼ਨਾ ਦਾ ਸ਼ਿਕਾਰੀ ਉਹ ਖਤਮ ਕਰ ਲੈਂਦਾ ਹੈ ਆਪਣੀ ਸਾਰੀ ਜ਼ਿੰਦਗੀ ਦੀ ਇੱਜ਼ਤ ਨੂੰ। ਔਰ ਕ੍ਰੋਧੀ ਬੰਦਾ ਵੀ ਸਾਧ ਜੀ ਇੱਕਦਮ ਸਭ ਕੁਝ ਫਨਾ ਕਰ ਸੁੱਟਦਾ, ਕਰ ਲੈਂਦਾ। ਜੇ ਕਿਤੇ ਗੁੱਸਾ ਜਾਂ ਕ੍ਰੋਧ ਫੁੱਲ ਅਟੈਕ ਕਰ ਦੇਵੇ, ਦੇਖੋ ਕਿੰਨੇ ਗੈਂਗਸਟਰ ਦੇਖੋ ਕਿੱਦਾਂ ਮਾਰਦੇ ਨੇ ਇੱਕ ਦੂਜੇ ਨੂੰ, ਅੱਜ ਕੱਲ੍ਹ ਕਿੱਦਾਂ ਚੱਲਿਆ ਹੋਇਆ। ਮਤਲਬ ਕਾਬੂ ਨਹੀਂ। ਕਾਬੂ ਜਿਹੜੀ ਕਰਨ ਵਾਲੀ ਚੀਜ਼ ਹੈ ਉਹ ਸੀ ਬਾਣੀ, ਉਹ ਸੀ ਆਪਣੇ ਆਪ ਨੂੰ ਮਤਲਬ ਖੋਜਣ ਵਾਲੀ ਚੀਜ਼। ਔਰ ਇਕਾਂਤ ਵਿੱਚ ਬਹਿ ਕੇ ਆਪਣੇ ਆਪ ਨਾਲ ਗੱਲਾਂ ਕਰਨੀਆਂ, ਆਪਣੇ ਆਪ ਨੂੰ ਪੜ੍ਹਨਾ, ਆਪਣੇ ਆਪ ਨੂੰ ਖੋਜਣਾ। ਖੋਜਿਆ ਨਾਮੇ ਬਿਨ ਸਭ ਕੂਰ, ਤੇ ਮਨੁੱਖ ਨੂੰ ਟਿਕਾ ਆ ਜਾਣਾ ਸੀ। ਇਸ ਨੇ ਕ੍ਰਾਈਮ ਕਰਨੇ ਛੱਡ ਦੇਣੇ ਸੀ, ਇਸ ਨੇ ਗੁਸਤਾਖੀ ਮਾਫ, ਇਸ ਨੇ ਗਲਤ ਸਾਰੇ ਕੰਮ ਛੱਡ ਦੇਣੇ ਸੀ। ਨਾ ਛੱਡਣ ਦਾ ਕਾਰਨ ਇਹ ਹੈ ਵੀ ਇਸ ਨੂੰ ਉਹ ਚੀਜ਼ ਦਾ ਗਿਆਨ ਪ੍ਰੋਪਰ ਨਹੀਂ ਆਇਆ, ਤੇ ਇਸ ਕਰਕੇ ਇਹ ਖਫਾ ਹੀ ਰਿਹਾ, ਇਹ ਹਮੇਸ਼ਾ ਗੁਰੂ ਤੋਂ ਦੂਰ ਹੀ ਰਿਹਾ, ਦੁਖੀ ਹੀ ਰਿਹਾ, ਪਰੇਸ਼ਾਨ ਹੀ ਰਿਹਾ। ਸੋ ਬਾਣੀ ਸਾਨੂੰ ਇਹ ਸਾਰੀਆਂ ਚੀਜ਼ਾਂ ਤੋਂ ਬਾਹਰ ਕੱਢਦੀ ਹੈ। ਜਦੋਂ ਵਿਚਾਰ ਕਰੀਦਾ ਤੇ ਫਿਰ ਸਾਨੂੰ ਪਤਾ ਲੱਗਦਾ ਵੀ ਵਾਕਈ ਅਸੀਂ ਬਹੁਤ ਮਹਾਰਾਜ ਜੀ ਦੂਰ ਹਾਂ, ਵੀ ਸਾਨੂੰ ਮਿਲਾ ਦਿਓ ਮਹਾਰਾਜ ਜੀ। ਜੋ ਪ੍ਰਭ ਕੋ ਮਿਲਬੋ ਚਾਹੇ ਖੋਜ ਸ਼ਬਦ ਮੈਂ ਲੇਹ। ਆਖਰੀ ਪੰਕਤੀ, ਕਹਿ ਕਬੀਰ ਠੱਗ ਸਿਉ ਮਨ ਮਾਨਿਆ, ਗਈ ਠਗੌਰੀ ਠੱਗ ਪੈ ਜਾਣਿਆ। ਜਿਵੇਂ ਪਹਿਲਾਂ ਬੇਨਤੀ ਕੀਤੀ, ਜੱਗ ਠਗੌਰੀ ਹੈ, ਜੱਗ ਠੱਗ ਹੈ, ਜਿਵੇਂ ਧਤੂਰਾ। ਕਹਿੰਦੇ ਸਾਨੂੰ ਪਤਾ ਲੱਗ ਗਿਆ ਵੀ ਦੇਖੋ, ਜਦੋਂ ਸਾਨੂੰ ਕਿਸੇ ਫਲ ਦਾ ਅੱਕ ਦਾ ਗਿਆਨ ਨਹੀਂ, ਧਤੂਰੇ ਦਾ ਫਲ ਦਾ ਗਿਆਨ ਨਹੀਂ, ਅਰਿੰਡ ਦਾ ਗਿਆਨ ਨਹੀਂ, ਤੇ ਅਸੀਂ ਹੋ ਸਕਦਾ ਇਹਨੂੰ ਸਮਝ ਕੇ ਮੂੰਹ 'ਚ ਪਾ ਲਈਏ ਤੇ ਇਹਨੇ ਤੇ ਜਾਨ ਕੱਢ ਦੇਣੀ ਹੈ, ਕੌੜਾ ਕਰ ਦੇਣਾ ਮੂੰਹ। ਭਗਤ ਕਬੀਰ ਜੀ ਕਹਿੰਦੇ ਇਹ ਧਤੂਰੇ ਦਾ ਪਤਾ ਲੱਗ ਗਿਆ ਸਾਨੂੰ, ਮਤਲਬ ਇਹ ਕੁੜੱਤਣ ਦਾ, ਸੰਸਾਰ ਦੀ ਮੋਹ ਦਾ, ਝੂਠੇ ਰਿਸ਼ਤਿਆਂ ਦੇ ਗੁਸਤਾਖੀ ਮਾਫ ਕੁੜੱਤਣ ਦਾ ਪਤਾ ਲੱਗ ਗਿਆ। ਲੱਗਦਾ ਆਪਣਾ ਸਭ ਕੁਛ, ਪਰ ਜਦੋਂ ਕੋਈ ਬਾਣ ਮਾਰਦਾ ਖਿੱਚ ਕੇ ਸਤਸੰਗ ਜੀ, ਕੋੜੇ ਬੋਲਦਾ, ਫਿਰ ਧਤੂਰਾ ਦੱਸਦਾ ਵੀ ਕਿੰਨਾ ਕੁ ਅਸਰ ਹੈ ਅੰਦਰ, ਕਿੰਨਾ ਕੁ ਅਸਰ ਹੈ। ਇਸ ਕਰਕੇ
ਮਹਾਰਾਜ ਜੀ ਕਹਿੰਦੇ ਅਸੀਂ ਪਹਿਚਾਨ ਲਿਆ ਇਸ ਧਤੂਰੇ ਨੂੰ, ਠੱਗਣ ਵਾਲਿਆਂ ਨੂੰ ਪਹਿਚਾਨ ਲਿਆ। ਕਾਮ ਕ੍ਰੋਧ ਲੋਭ ਮੋਹ ਹੰਕਾਰ ਜਿਹੜੇ ਠੱਗਦੇ ਸੀ ਅਸੀਂ ਪਹਿਚਾਨ ਲਿਆ। ਗਈ ਠਗੌਰੀ, ਭੱਜ ਗਏ ਸਾਰੇ, ਚਲੇ ਗਏ। ਗਈ ਠਗੌਰੀ, ਠੱਗ ਪਹਿਚਾਨਿਆ, ਜਾਣ ਲਿਆ, ਇਸ ਬਾਰੇ ਸਮਝ ਆ ਗਈ। ਸੋ ਸਮਝ ਅਚੇਤ, ਚੇਤ ਮਨ ਮੇਰੇ ਕਥੀ ਸੰਤਨ ਅਕਥ ਕਹਾਣੀ। ਮਹਾਰਾਜ ਜੀ ਦੀ ਬਾਣੀ ਕਹਿੰਦੀ ਸਮਝ ਅਚੇਤ, ਜਿਹਨੂੰ ਬਿਲਕੁਲ ਪਤਾ ਨਹੀਂ, ਅਚੇਤ ਪਤਾ ਹੀ ਨਹੀਂ। ਚੇਤ ਮਨ ਮੇਰੇ, ਚੇਤੇ ਕਰ, ਕਥੀ ਸੰਤਨ ਅਕਥ ਕਹਾਣੀ। ਸਾਡੇ ਗੁਰੂਆਂ ਨੇ, ਭਗਤਾਂ ਨੇ, ਸੰਤਾਂ ਨੇ ਬਾਣੀ ਰਚ ਦਿੱਤੀ ਹੈ, ਅਕਥ ਕਥਾ ਹੈ। ਇਹਨੂੰ ਸੁਣਿਆ ਕਰ, ਕੁਝ ਨਾ ਕੁਝ ਭਾਈ ਤੈਨੂੰ ਪਤਾ ਲੱਗੇਗਾ, ਤੇਰਾ ਜੀਵਨ ਗੁਰਮਤਿ ਵਾਲਾ ਬਣ ਜਾਏਗਾ। ਸੋ ਇਹ ਸੀ ਅੱਜ ਦੇ ਲੜੀਵਾਰ ਸ਼ਬਦ ਦੀ ਵਿਚਾਰ, ਜੋ ਬੜੀ ਕਿਰਪਾ ਕਰਕੇ ਮਹਾਰਾਜ ਜੀ ਨੇ ਬਖਸ਼ਿਸ਼ ਕਰਕੇ ਸੇਵਾ ਲਈ ਹੈ। ਗੁਰੂ ਮਹਾਰਾਜ ਜੀ ਸਾਨੂੰ ਬਖਸ਼ੋ, ਅਸੀਂ ਖਿਨ ਖਿਨ ਭੁੱਲਣਹਾਰ ਹਾਂ। ਬਾਣੀ ਦਾ ਪ੍ਰਭਾਵ ਸਾਡੇ ਹਿਰਦੇ ਵਿੱਚ ਵਸਾਓ ਔਰ ਸਾਨੂੰ ਰਾਹ ਦਿਖਾਓ ਔਰ ਹਰ ਮੈਦਾਨ ਮਹਾਰਾਜ ਜੀ ਫਤਿਹ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।